की कहना चाहोगे KMAX हॉस्पिटल से आए हो? भी KMAX अमेरिकन हॉस्पिटल है और मैं समझना है कि ये दुनिया की बेस्ट टैक्नोलॉजी ਅੰਮ੍ਰਿਤਸਰ ਦੇ ਵਿੱਚ ਲੈ ਕੇ ਆਏ ਆ ਔਰ ਡਾਕਟਰ ਹਰਸ਼ ਔਰ ਡਾਕਟਰ ਸ਼ੀਨਾ ਦੀ ਜੋੜੀ ਔਰ ਸਾਨੂੰ ਪੂਰਾ ਭਰੋਸਾ ਹੈ ਕਿ ਅੰਮ੍ਰਿਤਸਰ ਦੇ ਲੋਕਾਂ ਨੂੰ ਰਿਲੀਫ ਮਿਲੇਗੀ ਔਰ ਇਹ ਟੈਕਨੋਲੋਜੀ ਪਹਿਲੀ ਦਫਾ ਅੰਮ੍ਰਿਤਸਰ 'ਚ ਇੰਟਰੋਡਿਊਸ ਹੋਈ ਹੈ ਔਰ ਬਹੁਤ ਸਾਰੇ ਲੋਕ ਬਾਹਰ ਦੇ ਵੱਡੇ ਹਸਪੀਟਲਾਂ ਦੇ ਅੰਦਰ ਜਾ ਕੇ ਤੇ ਪੈਸੇ ਦਾ ਵੀ ਉਜਾੜਾ ਟਾਈਮ ਦਾ ਵੀ ਉਜਾੜਾ ਔਰ ਸਿਹਤ ਰਿਸਕ ਵੀ ਨਾਲ ਉਹਨਾਂ ਨੂੰ ਕਵਰ ਕਰਨਾ ਪੈਂਦਾ ਸੀ ਲੇਕਿਨ ਪਹਿਲੀ ਵਾਰੀ ਇਦਾਂ ਇਹ ਨਵੀਂ ਟੈਕਨੋਲੋਜੀ ਤੋਂ ਮਹਿਸੂਸ ਹੋ ਰਿਹਾ ਹੈ ਕਿ ਇਹਦਾ ਜਿੱਥੇ ਲੋਕਾਂ ਨੂੰ ਫਾਇਦਾ ਹੋਏਗਾ ਉੱਥੇ ਕਿਉਂਕਿ 5 ਸਟਾਰ ਫੈਸਿਲਿਟੀਜ਼ ਔਰ ਬਹੁਤ ਘੱਟ ਪੈਸਿਆਂ ਦੇ ਵਿੱਚ ਇਹ ਲੋਕਾਂ ਨੂੰ ਮਿਲੇਗੀ ਮੈਂ ਸਮਝਣਾ ਕਿ ਇਹ ਜਿੱਥੇ ਵੱਡੀ ਟੈਕਨੋਲੋਜੀ ਦਾ ਹਸਪੀਟਲ ਹੈ ਉੱਥੇ ਇਹ ਸਾਰਾ ਪਰਿਵਾਰ ਕਿਉਂਕਿ NGO ਦੀ ਤਰ੍ਹਾਂ ਕੰਮ ਕਰਦਾ ਹੈ ਔਰ ਇਹ ਦੱਤਾ ਪਰਿਵਾਰ ਔਰ ਸ਼ੀਨਾ ਜੀ ਇਹ ਸਾਰਾ ਪਰਿਵਾਰ ਜਿਹੜਾ ਹੈ ਔਰ ਮੈਨੂੰ ਭਰੋਸਾ ਹੈ ਇਸ ਗੱਲ ਦਾ ਕਿ ਅੰਮ੍ਰਿਤਸਰ ਦੇ ਲੋਕ ਇਹਦਾ ਲਾਭ ਉਠਾਉਣਗੇ ਔਰ ਪੰਜਾਬ ਦੇ ਲੋਕਾਂ ਨੂੰ ਇਹਦਾ ਫਾਇਦਾ ਹੋਏਗਾ ਸਰ ਆਲ ਇੰਡੀਆ ਚ ਜੇ ਕਹੀਏ ਤੇ 200 ਵੀ ਜਿਹੜੀ ਹੈਗੀ ਹੈ ਮਸ਼ੀਨ ਜਿਹੜੀ ਹੈ ਇੰਸਟਾਲ ਇੱਥੇ ਹੋ ਰਹੀ ਹੈ ਰੋਬੋਟਿਕਸ ਦੀ ਇਹ ਜਿਹੜੀ ਟੈਕਨੀਕ ਹੈ ਕੀ ਕਹਿਣਾ ਚਾਹੋਗੇ ਆਪਣੇ ਸ਼ਹਿਰ ਵਿੱਚ ਆਪਣੇ ਸ਼ਹਿਰ ਵਾਸੀਆਂ ਨੂੰ ਇਸ ਬਈ ਸਾਡੇ MP ਸਾਹਿਬ ਨੇ ਹੁਣੇ ਤੁਹਾਨੂੰ ਕਿਹਾ ਕਿ ਇਹ ਸਾਡਾ ਜਿਹੜਾ ਸ਼ਹਿਰ ਹੈ ਔਰ ਇਹ ਡਾਕਟਰ ਮਨਮੋਹਨ ਸਿੰਘ ਦੇ ਟਾਈਮ ਦੇ ਉੱਪਰ ਗੁਰਜੀਤ ਔਜਲਾ ਜੀ ਜਦੋਂ ਮੈਂਬਰ ਪਾਰਲੀਮੈਂਟ ਸੀ ਔਰ ਪਾਰਲੀਮੈਂਟ ਦੇ ਅੰਦਰ ਵੀ ਇਹ ਸ਼ਹਿਰ ਨੂੰ ਲੈ ਕੇ ਡਿਸਕਸ਼ਨ ਹੋਈ ਸੀ ਕਿ ਅੰਮ੍ਰਿਤਸਰ ਨੂੰ ਜਿਹੜਾ ਹੈ ਉਹ ਜਿਹੜਾ ਮੈਡੀਕਲ ਟੂਰਿਜ਼ਮ ਹੱਬ ਬਣਾਇਆ ਜਾਵੇ ਔਰ ਉਹਦੇ ਵਾਸਤੇ ਸਰਵੇ ਕੰਪਲੀਟ ਕਰ ਲਿਆ ਸਾਰੇ ਰਿਪੋਰਟਾਂ ਚੱਲ ਗਈਆਂ ਅਨਫੋਰਚੂਨੇਟ ਇਹ ਹੋਇਆ ਕਿ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨਹੀਂ ਰਹੀ ਉਹ ਕੰਮ ਸਾਰਾ ਅਧੂਰਾ ਰਹਿ ਗਿਆ ਲੇਕਿਨ ਸਾਡੇ MP ਸਾਹਿਬ ਲੱਗੇ ਹੋਏ ਆ ਕਿ ਇਹ ਪੂਰੀ ਦੁਨੀਆ ਦੇ ਲੋਕ ਜਿਹੜੇ ਆ ਉਹ ਇੱਥੇ ਪਹੁੰਚ ਕੇ ਇਲਾਜ ਕਰਾਉਣ ਜੱਦੀ ਸਾਹਿਬ ਪਹਿਲੇ ਤੇ ਮੈਂ ਸਾਰਿਆਂ ਦਾ ਸਵਾਗਤ ਕਰਨਾ ਚਾਹਾਂਗਾ ਸਾਡੇ ਇਸ ਹਸਪਤਾਲ ਪਰਿਵਾਰ ਦੇ ਵਿੱਚ ਸੋ ਅਸੀਂ ਅੱਜ ਇੱਕ ਨਵੀਂ ਚੀਜ਼ ਜਿਹੜੀ ਹੈ ਉਹ ਪੇਸ਼ ਕਰਨੀ ਜਾ ਰਹੇ ਹਾਂ ਸਾਡੇ ਮਰੀਜ਼ਾਂ ਦੇ ਲਈ ਇੱਕ ਰੋਬੋਟਿਕ ਜੁਆਇੰਟ ਰਿਪਲੇਸਮੈਂਟ ਪ੍ਰਣਾਲੀ ਜਿਹੜੀ ਕਿ ਲੇਟੈਸਟ ਤਕਨੀਕ ਦੇ ਨਾਲ ਅਸੀਂ ਸਰਵਿਸਿਜ਼ ਦੇਣ ਲੱਗੇ ਹਾਂ ਜਿਨ੍ਹਾਂ ਦੇ ਨਾਲ ਜਿਹੜੇ ਵੀ ਸਾਡੇ ਮਰੀਜ਼ ਨੇ ਉਹਨਾਂ ਦੀ ਬਹੁਤ ਬਿਹਤਰ ਤਰੀਕੇ ਦੇ ਨਾਲ ਕੁਝ ਪਲੈਨਿੰਗ ਤੇ ਇਲਾਜ ਤੇ ਗੋਡੇ ਜੇ ਬਦਲਣੇ ਨੇ ਉਹ ਤੇ ਉਸ ਤੋਂ ਬਾਅਦ ਉਹਨਾਂ ਦੀ ਰਿਕਵਰੀ ਜਿਹੜੀ ਹੈ ਉਹ ਬਹੁਤ ਬਿਹਤਰ ਤਰੀਕੇ ਨਾਲ ਹੋ ਸਕੇ ਉਸ ਚੀਜ਼ ਦਾ ਜਿਹੜਾ ਹੈ ਅਸੀਂ ਅੱਜ ਇੱਕ ਇਨੋਗ੍ਰੇਸ਼ਨ ਕਰਦੇ ਪਏ ਹਾਂ ਸੋ ਇਹ ਲੇਟੈਸਟ ਟੈਕਨੋਲੋਜੀ ਜਿਹੜੀ ਹੈ ਇਸ ਦੇ ਬਾਰੇ ਡਾਕਟਰ ਸ਼ੀਨਾ ਹੁਣ ਤੁਹਾਡੇ ਲਈ ਕੁਝ ਡਿਟੇਲ ਦੇ ਵਿੱਚ ਕੁਝ ਦੱਸਣਗੇ ਸਰ ਜੀ KMAX ਹਸਪੀਟਲ ਵਿੱਚ ਸਾਰੇ ਇਕੱਠੇ ਹੋਏ ਆ ਇਨੋਗ੍ਰੇਸ਼ਨ ਲਈ ਇਹ ਰੋਬੋਟਿਕ ਜੁਆਇੰਟ ਰਿਪਲੇਸਮੈਂਟ ਸਿਸਟਮ ਹੈ ਲੇਟੈਸਟ ਜਨਰੇਸ਼ਨ ਦਾ ਔਰ ਨਵਾਂ ਹੀ ਲਾਂਚ ਹੋਇਆ ਹੈ ਤੇ ਜਿਸ ਤਰ੍ਹਾਂ ਟੈਕਨੋਲੋਜੀ ਚੇਂਜ ਆਈ ਜਾਂਦਾ ਹੈ ਨਾਲ ਨਾਲ ਅਸੀਂ ਅਡੈਪਟ ਹੁੰਦੇ ਰਹੀਏ ਤੇ ਉਹਦਾ ਪਬਲਿਕ ਨੂੰ ਫਾਇਦਾ ਰਹਿੰਦਾ ਹੈ ਪੁਰਾਣੇ ਸਿਸਟਮਸ ਨਵੇਂ ਸਿਸਟਮਸ 'ਚ ਕਾਫੀ ਅੰਤਰ ਆ ਗਿਆ ਹੈ ਜਿਹੜੀ ਸਰਜਰੀ ਪਹਿਲਾਂ ਅੱਧਾ ਪੌਣਾ ਘੰਟਾ ਵਿੱਚ ਹੁੰਦੀ ਸੀ ਉਹ ਹੁਣ ਛੋਟੇ ਟਾਈਮ ਵਿੱਚ ਹੋ ਜਾਂਦੀ ਹੈ ਜਿਹਦਾ ਪੇਸ਼ੈਂਟ ਨੂੰ ਬੈਨੀਫਿਟ ਰਹਿੰਦਾ ਹੈ ਔਰ ਇਸ ਦੇ ਨਾਲ ਨਾਲ ਰਿਕਵਰੀ ਜਲਦੀ ਹੁੰਦੀ ਹੈ ਔਰ ਬਲੱਡ ਲਾਸ ਪੇਨ ਸਾਰਾ ਕੁਝ ਉਸੇ ਹਿਸਾਬ ਨਾਲ ਜਦੋਂ ਸਰਜਰੀ ਦਾ ਟਾਈਮ ਘਟ ਜਾਂਦਾ ਹੈ ਤੇ ਉਹ ਵੀ ਘਟ ਜਾਂਦੀ ਹੈ ਔਰ ਆਪਣਾ ਇਹ ਜਿਹੜਾ ਟੈਕਨੋਲੋਜੀ ਹੈ ਇਹ ਡਾਕਟਰ ਹਰਸ਼ ਦੱਤਾ ਨੇ ਸਾਨੂੰ ਪ੍ਰੋਵਾਈਡ ਕੀਤੀ ਹੈ ਔਰ ਆਈ ਐਮ ਸ਼ੋਰ ਕਿ ਜਿਹੜਾ ਵੈਂਚਰ ਹੈ ਪਬਲਿਕ ਇਹਦਾ ਪੂਰਾ ਫਾਇਦਾ ਉਠਾਏਗੀ ਔਰ ਜੁਆਇੰਟ ਰਿਪਲੇਸਮੈਂਟ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਲਾਈਫ 'ਚ ਇੱਕ ਵਾਰੀ ਅੱਛੇ ਤਰੀਕੇ ਨਾਲ ਹੋ ਜਾਏ ਤੇ ਉਸ ਦੇ ਨਾਲ ਦੀ ਕੋਈ ਚੀਜ਼ ਨਹੀਂ ਔਰ ਜੇ ਇਹੀ ਸਰਜਰੀ ਪਰਫੈਕਸ਼ਨ ਨਾਲ ਨਾ ਹੋਵੇ ਇਹਦੇ 'ਚ ਕੁਝ ਕਮੀਆਂ ਰਹਿ ਜਾਣ ਤੇ ਫਿਰ ਇਹ ਆਉਣ ਵਾਲੇ ਟਾਈਮ 'ਚ ਦੁਬਾਰਾ ਵੀ ਕਰਨੀ ਪੈ ਸਕਦੀ ਹੈ ਸੋ ਪਰਫੈਕਸ਼ਨ ਜਿਹੜੀ ਹੈ ਉਹ ਦੇ ਉੱਤੇ ਧਿਆਨ ਦਿੱਤਾ ਜਾਏ ਕਿ ਜਿਹੜੀ ਸਰਜਰੀ ਹੋਣੀ ਹੈ ਪਹਿਲੀ ਵਾਰੀ ਅੱਛੇ ਤਰੀਕੇ ਨਾਲ ਹੋਏ ਪੇਸ਼ੈਂਟ ਉਹਦਾ ਪੂਰਾ ਬੈਨੀਫਿਟ ਲਏ ਔਰ ਸਾਰੀ ਉਮਰ ਵਾਸਤੇ ਉਸ ਜੁਆਇੰਟ ਨੂੰ ਇੰਜੋਏ ਕਰੇ ਡਾਕਟਰ ਸਾਹਿਬ ਸਰਜਰੀ ਦੀ ਗੱਲ ਕਰੀਏ ਤੇ ਪਹਿਲੇ ਡਾਕਟਰ ਮਰੀਜ਼ ਜਿਹੜਾ ਡਰ ਜਾਂਦਾ ਕਿ ਮੇਰੀ ਸਰਜਰੀ ਹੋਣੀ ਆ ਬੜੀ ਪੇਨਫੁਲ ਹੋਣੀ ਆ ਜਿਹੜੀ ਤੁਸੀਂ ਮਸ਼ੀਨ ਲੈ ਕੇ ਆਏ ਹੋ ਕਿਸ ਤਰ੍ਹਾਂ ਇਹਨੂੰ ਦੇਖਦੇ ਹੋ ਔਰ ਜਿਹੜਾ ਪੇਸ਼ੈਂਟ ਆ ਉਹਦੇ ਲਈ ਕਿੰਨੀ ਲਾਭਦਾਇਕ ਪੇਸ਼ੈਂਟ ਨੂੰ ਜਿਹੜਾ ਐਕਸਪੀਰੀਅੰਸ ਹੈ ਆਬਵੀਅਸਲੀ ਇਹ ਹਰ ਬੰਦੇ ਦੀ ਲਾਈਫ 'ਚ ਇੱਕ ਵਾਰੀ ਆਉਣਾ ਡਰ ਤੇ ਮਨ ਦੇ ਵਿੱਚ ਰਹਿੰਦਾ ਹੀ ਹੈ ਉਸ ਪਾਰਟ ਨੂੰ ਹੈਂਡਲ ਕਰਨ ਲਈ ਪਹਿਲਾਂ ਥੋੜੀ ਕਾਉਂਸਲਿੰਗ ਦੀ ਲੋੜ ਹੈ ਕਾਉਂਸਲਰ ਉਹਨਾਂ ਨੂੰ ਕਾਉਂਸਲ ਕਰੇਗਾ ਕਿ ਤੁਹਾਡਾ ABC ਕੀ ਸਟੈਪ ਰਹੇਗਾ ਸਰਜਰੀ ਵਿੱਚ ਕਦੋਂ ਤੁਸੀਂ ਖੜੇ ਹੋਣਾ ਹੈ ਕਦੋਂ ਰਿਕਵਰ ਕਰਨਾ ਹੈ ਉਹ ਸਾਰਾ ਰੋਡ ਮੈਪ ਜਿਹੜਾ ਹੈ ਉਹ ਪੂਰਾ ਕਲੀਅਰ ਹੋ ਜਾਂਦਾ ਹੈ ਜਦੋਂ ਰੋਬੋਟਿਕਸ ਨੇ ਤੁਹਾਨੂੰ
ਇੱਕ ਪਰਫੈਕਸ਼ਨ ਦੇ ਦਿੱਤੀ ਔਰ ਤੁਹਾਨੂੰ ਕੌਨਫੀਡੈਂਸ ਨਾਲ ਤੁਸੀਂ ਕਹਿ ਸਕਦੇ ਹੋ ਪੇਸ਼ੈਂਟ ਨੂੰ ਕਿ ਜੀ ਤੁਹਾਡਾ ਅੱਜ ਆਪਰੇਸ਼ਨ ਹੋਏਗਾ, ਤੁਸੀਂ ਸ਼ਾਮ ਨੂੰ ਖੜੇ ਹੋਗੇ, ਤੁਸੀਂ ਕੱਲ ਚੱਲੋਗੇ, ਪਰਸੋਂ ਤੁਸੀਂ ਛੁੱਟੀ ਲੈ ਸਕਦੇ ਹੋ। ਜਿਹੜਾ ਹਸਪੀਟਲ ਸਟੇ ਹੈ ਉਹ ਘਟ ਜਾਂਦਾ ਹੈ। Sir, already ਸਾਰੇ hospitals almost nowadays robotics ਕਰ ਰਹੇ ਹੈ। How it will be different in KMAX American Hospital? ਮੈਡਮ ਇਹਦੇ ਵਿੱਚ ਜਿਹੜੀ ਟੈਕਨੋਲੋਜੀ ਹੁਣ ਆਈ ਹੈ ਦੈਟ ਇਜ਼ ਦ ਲੇਟੈਸਟ ਵਨ। Okay. ਇਹਦੇ ਸੌਫਟਵੇਅਰਸ ਚੇਂਜ ਹੋ ਗਏ ਹੈ, ਇਹਦੀ ਸਪੀਡ ਵੱਧ ਗਈ ਹੈ ਤੇ ਸਪੀਡ ਵਧਣ ਦੇ ਨਾਲ ਜਿਸ ਤਰ੍ਹਾਂ ਕੋਈ ਵੀ ਕੰਪਿਊਟਰ, ਮੋਬਾਈਲ ਔਰ ਅਨੇਕਾਂ ਚੀਜ਼ਾਂ ਆਪਾਂ ਦੇਖਦੇ ਹਾਂ ਅੱਜ ਕੱਲ੍ਹ ਨਵਾਂ ਸੌਫਟਵੇਅਰ ਆਈ ਜਾ ਰਿਹਾ ਹੈ। ਇਟ ਇਜ਼ ਜਸਟ ਟੂ ਮੇਕ ਲਾਈਫ ਬੈਟਰ। Okay. So sir, what age is ਸਭ ਤੋਂ ਅਗਰ ਗੱਲ ਕਰੀਏ ਕਿਹੜੀ ਏਜ ਐਫੀਸ਼ੀਐਂਟ ਹੈ ਜਿਹਦੇ ਵਿੱਚ ਆਪਰੇਟ ਹੋ ਜਾਏ ਤੇ ਉਹ ਸਕਸੈਸਫੁਲ ਰਹਿੰਦਾ ਹੈ ਜਾਂ ਹਰ ਏਜ ਵਿੱਚ ਹੈ ਪੋਸੀਬਲ? ਹਰ ਏਜ ਵਿੱਚ ਪੋਸੀਬਲ ਹੈ। ਜੀ ਪੇਸ਼ੈਂਟ ਮੈਡੀਕਲੀ ਫਿਟ ਹੋਣਾ ਚਾਹੀਦਾ ਹੈ। ਜੀ ਜੀ ਜੀ। ਜ਼ਿਆਦਾ ਉਮਰ ਵਾਲੇ ਪੇਸ਼ੈਂਟਸ ਵੀ ਨੇ, ਕਈ ਪੋਪੂਲੇਸ਼ਨ ਹੁਣ ਜਿਸ ਤਰ੍ਹਾਂ ਆਪਣੀ ਪੋਪੂਲੇਸ਼ਨ 'ਚ ਏਜਡ ਪੋਪੂਲੇਸ਼ਨ ਵੱਧਦੀ ਜਾ ਰਹੀ ਹੈ। ਜੀ ਬਿਲਕੁਲ। ਥੋੜਾ ਲੇਟ ਵੀ ਹੋ ਜਾਂਦਾ ਹੈ, ਕਈ ਵਾਰੀ 75 ਦੀ ਏਜ 'ਚ, ਕਈ ਵਾਰੀ 80 ਇਅਰਸ ਦੀ ਏਜ 'ਚ ਵੀ ਕਿਸੇ ਦਾ ਅਗਰ ਮਨ ਬਣਦਾ ਹੈ ਆਪਰੇਸ਼ਨ ਕਰਾਉਣ ਦਾ, ਤੇ ਹੁਣ ਅੱਜ ਦੀ ਡੇਟ ਵਿੱਚ ਇਹਨੂੰ ਕਾਉਂਟਰ ਇੰਡੀਕੇਸ਼ਨ ਨਹੀਂ ਗਿਣਿਆ ਜਾਂਦਾ। ਇਹਦਾ ਮਤਲਬ ਹੈ ਕਿ ਤੁਸੀਂ ਜੇ ਮੈਡੀਕਲੀ ਫਿਟ ਹੋ ਤੁਸੀਂ ਕਰਵਾ ਸਕਦੇ ਹੋ। ਡਾਕਟਰ ਸਾਹਿਬ ਜਿਹੜੀ ਸਰਜਰੀ ਹੈ ਇਹ ਕਿੰਨਾ ਟਾਈਮ ਲੱਗਦਾ, ਕਿਉਂਕਿ ਅੱਜ ਕੱਲ੍ਹ ਸਮੇਂ ਦੀ ਕੀਮਤ ਜਿਹੜੀ ਆ ਡਾਕਟਰ ਕੋਲ ਵੀ ਤੇ ਪੇਸ਼ੈਂਟ ਵੀ ਚਾਹੁੰਦਾ ਕਿ ਮੈਨੂੰ ਕਿੰਨੇ ਟਾਈਮ 'ਚ ਸਰਜਰੀ ਹੋਏਗੀ ਔਰ ਕਿੰਨੇ ਦਿਨਾਂ 'ਚ ਮੈਂ ਫ੍ਰੀ ਹੋ ਜਾਵਾਂਗਾ ਹਸਪੀਟਲ ਤੋਂ? ਸਰਜਰੀ ਅਮੂਮਨ ਪਹਿਲਾਂ ਇੱਕ ਟਾਈਮ ਸੀ ਜਦੋਂ ਇਹ 1.5 ਘੰਟੇ ਦੀ ਸਰਜਰੀ ਸੀ। ਜੀ ਜੀ। ਹੁਣ ਇਹਨੂੰ ਘਟਾ ਕੇ 25 ਮਿੰਟਸ ਤੇ ਲਿਆਇਆ ਗਿਆ ਤੇ ਕਿਉਂਕਿ ਸਾਰੀ ਪਲੈਨਿੰਗ ਜਿਹੜੀ ਹੈ ਉਹ ਤੁਹਾਡੀ ਪਹਿਲਾਂ ਹੀ ਕੰਪਿਊਟਰ ਦੇ ਉੱਪਰ ਹੀ ਹੋ ਜਾਣੀ ਹੈ। ਤੁਹਾਨੂੰ ਇਹ ਨਹੀਂ ਦੇਖਣਾ ਕਿ ਕੀ ਸਾਈਜ਼ ਵਰਤਣਾ ਹੈ, ਕਿਸ ਮਿਲੀਮੀਟਰ ਦੇ ਕੱਟ ਲੈਣੇ ਹੈ, ਉਹ ਸਾਰਾ ਕੁਝ ਪ੍ਰੀ ਪਲਾਨ ਹੋ ਚੁੱਕਿਆ ਹੈ। ਤੇ ਉਸ ਤੇ ਐਗਜ਼ੀਕਿਊਸ਼ਨ ਟਾਈਮ ਜਿਹੜਾ ਹੈ ਉਹ ਸਿਰਫ 25 ਮਿੰਟ ਦਾ ਹੀ ਰਹਿ ਗਿਆ। ਔਰ ਹਸਪੀਟਲ ਤੋਂ ਸਟੇ ਵੀ ਜਿਹੜਾ ਹੈ ਅੱਗੇ 1 ਹਫ਼ਤਾ ਰੋਕੀ ਰਹਿੰਦੇ ਸੀ, ਫਿਰ 5 ਦਿਨਾਂ ਤੇ ਆ ਗਏ, ਹੁਣ ਇਹ 3 ਦਿਨਾਂ ਤੇ ਆ ਗਿਆ। So how do you think ਕਿ AI and robotics will go parallelly? ਕਿੱਦਾਂ ਉਹਦਾ ਹੋਰ ਫਾਇਦਾ ਹੋਏਗਾ ਪੇਸ਼ੈਂਟ ਨੂੰ? ਜੀ, ਸੋ AI ਐਂਡ ਰੋਬੋਟਿਕਸ ਹੈ ਤੇ ਹੈਂਡ ਇਨ ਹੈਂਡ ਹੀ ਚੱਲਦੇ ਹੈ। ਕੁਝ ਇਨਫੋਰਮੇਸ਼ਨ ਤੁਸੀਂ ਦੇਣੀ ਹੈ ਰੋਬੋਟ ਨੂੰ ਔਰ ਫਿਰ ਉਹ ਵਾਪਸ ਤੁਹਾਨੂੰ ਇਨਫੋਰਮੇਸ਼ਨ ਦਿੰਦਾ ਹੈ। ਜੀ ਰੀਸੈਂਟਲੀ ਕੁਝ ਸਿਸਟਮਸ ਲੋਕਾਂ ਨੇ ਇੰਟਰੋਡਿਊਸ ਕੀਤੇ ਸੀ AI ਵਿਦਆਊਟ ਰੋਬੋਟਿਕਸ, ਜੀ ਜਿਹਦੇ ਵਿੱਚ ਕਿ ਇੱਕ ਮਸ਼ੀਨ ਤੁਹਾਨੂੰ ਕੁਝ ਇਨਫੋਰਮੇਸ਼ਨ ਦਿੰਦੀ ਹੈ ਪਰ ਉਹ ਕਟਿੰਗ ਨਹੀਂ ਕਰਦੀ। ਇਸ ਨਵੇਂ ਸਿਸਟਮ ਦੇ ਵਿੱਚ ਇਹ ਦੋਨੋਂ ਚੀਜ਼ਾਂ ਕੰਬਾਈਨਡ ਨੇ। ਜੀ। ਤੁਹਾਨੂੰ ਅਲੱਗ-ਅਲੱਗ ਚੀਜ਼ਾਂ ਦੀ ਲੋੜ ਨਹੀਂ ਹੈ। ਮੈਕਸਿਮਮ ਬੈਨੀਫਿਟ ਪੇਸ਼ੈਂਟ ਨੂੰ AI ਤੇ ਰੋਬੋਟਿਕਸ ਦੋਨਾਂ ਦਾ ਇਸੇ ਮਸ਼ੀਨ ਦੇ ਥਰੂ ਆ ਜਾਏਗਾ। ਸਰ ਬੇਸਿਕਲੀ ਜਦੋਂ ਕੋਈ ਆਪਰੇਟ ਕਰਾਉਣ ਜਾਂਦਾ ਉਹਦੇ ਬੜੇ ਸਾਰੇ ਕੰਸਰਨਸ ਹੁੰਦੇ ਆ, ਕਈਆਂ ਦਾ ਫਾਈਨੈਂਸ਼ੀਅਲ ਕੰਸਟ੍ਰੇਨਟਸ ਵੀ ਹੁੰਦੇ ਆ। ਕਿੰਨਾ ਕੁ ਤੁਹਾਨੂੰ ਲੱਗਦਾ ਹੈ ਕਿ ਅਗਰ ਇਹ ਰੋਬੋਟਿਕਸ ਦੇ ਵਿੱਚ ਕਿੰਨਾ ਫਿਜ਼ੀਬਲ ਰਹੇਗਾ ਇਹ ਕੰਮ ਪੇਸ਼ੈਂਟ ਵਾਸਤੇ ਕਰਵਾਉਣਾ? ਜਨਰਲੀ ਇਹ ਹੈ ਕਿ ਜਿਸ ਤਰ੍ਹਾਂ ਹੁਣ ਅਸੀਂ ਇੱਕ ਪੈਕੇਜ ਬਣਾਇਆ ਹੈ ਜੀ ਸਰਜਰੀ ਵਾਸਤੇ, ਉਹਦੇ ਵਿੱਚ ਪੇਸ਼ੈਂਟ ਨੇ 5 ਡੇਜ਼ ਰਹਿਣਾ ਹੈ ਕਨਵੈਨਸ਼ਨਲ ਸਰਜਰੀ ਨਾਲ, ਜੀ ਤੇ ਰੋਬੋਟਿਕ ਸਰਜਰੀ ਦੇ ਵਿੱਚ ਜੇ ਉਹਦੇ 2 ਡੇਜ਼ ਘਟ ਗਏ ਹੈ ਉਹ ਬੈਨੀਫਿਟ ਜਿਹੜਾ ਹੈ ਹਸਪੀਟਲ ਲੈ ਸਕਦਾ ਹੈ ਔਰ ਪਾਸ ਔਨ ਕਰ ਸਕਦਾ ਹੈ ਟੂ ਅ ਪੇਸ਼ੈਂਟ। ਕੁਝ ਨੋਮੀਨਲ ਚਾਰजेस ਰੋਬੋਟਿਕਸ ਦੇ ਪੇ ਕਰਨੇ ਹੀ ਪੈਂਦੇ ਅਗਰ ਉਹਨਾਂ ਨੂੰ ਉਹਦਾ ਬੈਨੀਫਿਟ ਲੈਣਾ, ਟੈਕਨੋਲੋਜੀ ਦਾ ਬੈਨੀਫਿਟ ਲੈਣਾ, ਬਿਕੋਜ਼ ਟੈਕਨੋਲੋਜੀ ਬਹੁਤ ਐਕਸਪੈਂਸਿਵ ਹੈ ਔਰ ਇਹਦਾ ਜੋ ਵੀ ਹੈ ਬੈਨੀਫਿਟ ਹਸਪੀਟਲ ਨੂੰ ਮਿਲਣਾ ਚਾਹੀਦਾ। ਸੋ ਕਹਿ ਸਕਦੇ ਹਾਂ ਕਿ ਇੰਨੀ ਐਫੀਸ਼ੀਐਂਸੀ ਹੈ ਕਿ ਬਾਕੀ ਜਿਹੜੇ ਆਪਰੇਸ਼ਨਸ ਨੇ ਉਹਨਾਂ ਨਾਲੋਂ ਇਹਦੇ ਨਾਲ ਕਾਫੀ ਜ਼ਿਆਦਾ ਕੋਸਟ ਇਫੈਕਟਿਵ ਵੀ ਰਹੇਗਾ ਤੇ ਨਾਲੇ ਬਾਕੀ ਵੀ ਚੀਜ਼ਾਂ ਜਿਹੜੀਆਂ ਰਿਕਵਰੀ ਉਹ ਵੀ ਫਾਸਟ ਹੋਏਗੀ। ਬਿਲਕੁਲ, ਬਹੁਤ ਜ਼ਿਆਦਾ ਕਾਸਟ ਵਿੱਚ ਫਰਕ ਨਹੀਂ ਆਏਗਾ। ਸੋ ਓਵਰਆਲ ਇਸ ਟੈਕਨੋਲੋਜੀ ਦੇ ਨਾਲ ਫਾਇਦੇ ਤੇ ਬਥੇਰੇ ਜ਼ਿਆਦਾ ਮਿਲਦੇ ਨੇ, ਬਟ ਕਾਸਟ ਜਿਹੜੀ ਆ ਉਹ ਇੰਨੀ ਜ਼ਿਆਦਾ ਨਹੀਂ ਵੱਧਦੀ ਹੈ। ਕਾਸਟ ਬਹੁਤ ਨੋਮੀਨਲ ਜੀ ਵੱਧਦੀ ਹੈ, ਇੰਨੀ ਕਿ ਜਦੋਂ ਅਸੀਂ ਓਵਰਆਲ ਦੇਖਦੇ ਹਾਂ ਬੈਨੀਫਿਟ ਵਰਸਸ ਕਾਸਟ ਰੇਸ਼ੋ, ਬੈਨੀਫਿਟ ਇਜ਼ ਵੇ ਹਾਈ। ਬਹੁਤ ਜ਼ਿਆਦਾ ਫਾਇਦੇ ਨੇ ਬਜਾਏ ਇਹਦੇ ਕਿ ਇਹਦੇ ਨਾਲ ਖਰਚੇ ਦੇ। ਖਰਚਾ ਉਹਨਾਂ ਕੀ ਹੀ ਆਲਮੋਸਟ ਰਹਿ ਜਾਂਦਾ, ਕੋਈ ਜ਼ਿਆਦਾ ਫਰਕ ਨਹੀਂ ਪੈਂਦਾ। ਜੀ ਤੁਸੀਂ ਨਾ ਪਹਿਲਾਂ ਕਿਹਾ ਜਾਂਦਾ ਸੀ ਕਿ ਇੱਕ ਜਿਹੜਾ ਤੁਸੀਂ ਰਿਪਲੇਸ ਕਰ ਰਹੇ ਹੋ, ਨੀ ਰਿਪਲੇਸ ਕਰ ਰਹੇ ਹੋ, ਉਹਦੀ ਇੱਕ ਲਾਈਫ ਹੁੰਦੀ ਹੈ ਐਂਡ ਆਫਟਰ ਦੈਟ ਯੂ ਹੈਵ ਟੂ ਰਿਪਲੇਸ ਇਟ ਅਗੇਨ। ਹਾਊ ਡੂ ਯੂ ਸੀ ਨਾਊਅਡੇਜ਼ ਕਿੱਦਾਂ ਇਹ ਐਗਜ਼ੈਕਟਲੀ ਇਟਸ ਦ ਸੇਮ ਕੁਐਸਚਨ ਐਂਡ ਆਨਸਰ, ਬਟ ਇਹਦੇ 'ਚ ਇਹੀ ਹੈ ਕਿ ਜਿਸ ਤਰ੍ਹਾਂ ਆਪਾਂ ਇਨ ਲੇਮੈਨਸ ਟਰਮ ਅਸੀਂ ਪੁਰਾਣੇ ਜ਼ਮਾਨਿਆਂ 'ਚ ਦੇਖਦੇ ਸੀ ਕਾਰ ਦੇ ਟਾਇਰਸ ਨੇ ਉਹਨਾਂ ਦੀ ਅਲਾਈਨਮੈਂਟ ਕਰਨੀ ਹੈ। ਜਦੋਂ ਅਲਾਈਨਮੈਂਟ ਠੀਕ ਹੋਏਗੀ ਤਾਂ ਟਾਇਰਸ ਜ਼ਿਆਦਾ ਅੱਛੇ ਚੱਲਣਗੇ। ਫਿਰ ਕੰਪਿਊਟਰਾਈਜ਼ਡ ਅਲਾਈਨਮੈਂਟ ਆ ਗਈ, ਟਾਇਰ ਦੀ ਲਾਈਫ ਵੱਧ ਗਈ।
ਇਸੇ ਤਰ੍ਹਾਂ ਹੀ ਇਹ ਜੁਆਇੰਟ ਹੈ, ਇਹਦੇ ਅਲਾਈਨਮੈਂਟ ਟੂਲ ਹੈ ਇਹਦੇ ਵਿੱਚ ਹੀ, ਨੈਵੀਗੇਸ਼ਨ ਕਹਿੰਦੇ ਉਹਨੂੰ। ਪਹਿਲਾਂ ਨੈਵੀਗੇਸ਼ਨ ਆਇਆ, ਫਿਰ ਰੋਬੋਟਿਕਸ ਆਇਆ। तो ये टेक्नोलॉजीज जिस तरह चेंज हो जा रहे हैं, उससे कंपोनेंट दी लाइफ वधी जा रही है क्योंकि अलाइनमेंट बेटर हो गई है। होपफुली ये जॉइंट सारी उम्र लास्ट करना चाहिए। सर ये थोड़ी जी मिशन में थोड़ी जोड़ की करेक्ट करके थोड़ा सा हाँ। सो दैट वी कैन सो रोबोटिक्स ਦੇ ਨਾਲ ਜਿਹੜੀ ਅਲਾਈਨਮੈਂਟ ਹੈ ਜੁਆਇੰਟ ਦੀ, ਉਹ ਮੈਨੂਅਲ ਨਾਲੋਂ ਬੈਟਰ ਰਹਿੰਦੀ ਹੈ। ਹਮੇਸ਼ਾ ਮਿਲੀਮੀਟਰ ਦੇ ਹਿਸਾਬ ਨਾਲ ਉਹਨਾਂ ਨੇ ਸਾਰੀ ਕੈਲੀਬ੍ਰੇਸ਼ਨ ਕੀਤੀ ਹੈ। ਉਹ ਕੈਲੀਬ੍ਰੇਸ਼ਨ ਜਿਹੜੀ ਹੈ ਉਹ ਆਊਟ ਆਫ ਫਾਰਮ ਨਹੀਂ ਜਾਏਗੀ ਕਦੇ, ਕਿਉਂਕਿ ਰੋਬੋਟਿਕ ਆਰਮ ਨੇ ਕਟਿੰਗ ਕਰਨੀ ਹੈ, ਤੁਸੀਂ ਆਪਣੇ ਹੱਥ ਨਾਲ ਨਹੀਂ ਕਰਨੀ। ਤੇ ਉਹਦੇ 'ਚ ਜਿੰਨੀ ਪਰਫੈਕਸ਼ਨ ਆ ਜਾਂਦੀ ਹੈ ਉਨੀ ਲਾਈਫ ਜੁਆਇੰਟ ਦੀ ਵੱਧ ਜਾਂਦੀ ਹੈ। ਹੋਪਫੁਲੀ ਇੱਕ ਜੁਆਇੰਟ ਸਾਰੀ ਉਮਰ ਲਾਸਟ ਕਰ ਜਾਏ। ਸੋ ਇੱਕ ਹੋਰ ਥੋੜਾ ਜਿਹਾ ਐਸੀ ਚੀਜ਼ ਐਡ ਕਰਨਾ ਚਾਹਾਂਗਾ, ਜਿਸ ਤਰ੍ਹਾਂ ਕਿ ਕਿਸੇ ਗੋਡਿਆਂ ਤੇ ਜਿਹੜਾ ਭਾਰ ਪੈਣਾ ਸਰੀਰ ਦਾ, ਉਹ ਐਗਜ਼ੈਕਟ ਪਰਫੈਕਟ ਹਰ ਬੋਡੀ ਦਾ ਅਲੱਗ ਹੁੰਦੀ ਪਰਫੈਕਸ਼ਨ, ਉਹਦੇ ਭਾਰ ਦੇ ਹਿਸਾਬ ਨਾਲ, ਉਹਦੇ ਐਂਗਲ ਦੇ ਹਿਸਾਬ ਨਾਲ। ਸੋ ਰੋਬੋਟ ਨੇ ਉਹ ਸਾਰੇ ਕਲਪਨਾ ਕਰਕੇ ਉਹ ਸਾਰਾ ਕੁਝ ਇਸ ਤਰ੍ਹਾਂ ਫਿੱਟ ਕਰਨਾ ਹੈ, ਜਿਹੜੀ ਡਾਕਟਰ ਸਾਹਿਬ ਕਹਿੰਦੇ ਨੇ ਅਲਾਈਨਮੈਂਟ ਜਿਹੜੀ ਹੋਣੀ ਚਾਹੀਦੀ ਹੈ, ਜਿਹਦੇ ਨਾਲ ਔਰ ਇਕੁਅਲੀ ਹੀ ਹਰ ਪਾਸੇ ਦੇ ਜਿੱਥੇ ਜਿੱਥੇ ਭਾਰ ਪਾਣਾ ਚਾਹੀਦਾ, ਜਿੰਨਾ ਜਿੰਨਾ ਪਾਣਾ ਚਾਹੀਦਾ ਉਨਾ ਪਵੇ, ਤਾਂ ਕਿ ਉਹਦੀ ਲਾਈਫ ਵੱਧ ਜਾਵੇ। ਠੀਕ ਕਹਿ ਰਿਹਾ ਜੀ ਮੈਂ? ਸੋ ਫਰਦਰ ਅਗਰ ਲਾਈਫ ਸਟਾਈਲ ਦੀ ਗੱਲ ਕਰੀਏ ਤੇ ਇੱਕ ਨਾਰਮਲ ਲਾਈਫ ਸਟਾਈਲ ਰਹਿੰਦਾ ਪੇਸ਼ੈਂਟ ਦਾ ਆਫਟਰ ਦਿਸ ਆਪਰੇਸ਼ਨ? ਬਿਲਕੁਲ ਨਾਰਮਲ ਰਹਿੰਦਾ। ਮੇਰੇ ਆਪਣੇ ਮਦਰ ਤੇ ਜੀ ਦੋਨੋਂ ਗੋਡੇ ਬਦਲੇ ਹੋਏ ਨੇ, ਤੇ ਜੇਕਰ ਮੈਂ ਜ਼ਿਆਦਾ ਵੇਟ ਕਰਦਾ ਰਹਿੰਦਾ ਤੇ ਉਹਨਾਂ ਦੀ ਜਿਹੜੀ ਉਹ ਜਿੰਨੀ ਜ਼ਿਆਦਾ ਵੇਟ ਕਰੋਗੇ, ਜਦੋਂ ਗੋਡੇ ਬਦਲਣ ਦਾ ਟਾਈਮ ਆ ਗਿਆ ਵਾ, ਉਨੀ ਹੀ ਤੁਸੀਂ ਆਪਣੀ ਲਾਈਫ ਦੇ ਜਿਹੜੀ ਟਾਈਮ ਆ ਉਹਨੂੰ ਦੁੱਖ ਦੇ ਵਿੱਚ ਕੱਟ ਰਹੇ ਹੋ। ਗੋਡੇ ਬਦਲਣ ਨਾਲ ਅਗਲੇ ਆਉਣ ਵਾਲੇ 10 15 20 ਸਾਲ ਜਿਹੜੇ ਨੇ ਉਹ ਦੁੱਖ ਖਤਮ ਹੋ ਜਾਂਦਾ। ਉਹ ਤੁਹਾਡਾ ਲਾਈਫ ਜਿਹੜਾ ਕੁਆਲਿਟੀ ਹੈ ਲਾਈਫ ਦੀ, ਉਹ ਬਿਹਤਰ ਹੋ ਜਾਂਦੀ ਹੈ ਬਹੁਤ ਹੀ ਅੱਛੇ ਤਰੀਕੇ ਦੇ ਨਾਲ। ਥੈਂਕ ਯੂ ਸਰ।